ਬਦਲੇ ਵਾਸਤੇ ਕਿਹਾ ਜਾਂਦਾ ਵੀ 21 ਸਾਲ ਬਾਅਦ ਉਹਨੇ ਮਾਈਕਲ ਐਡਵਾਇਰ ਨੂੰ ਮਾਰ ਕੇ ਜਲਿਆਂਵਾਲਾ ਬਾਗ ਦਾ ਬਦਲਾ ਲਿੱਤਾ। ਜਿਹੜੀਆਂ ਪ੍ਰਚਲਿਤ ਗੱਲਾਂ ਨੇ ਅਸਲ ਇਹ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਤੋਂ ਕਿਤੇ ਦੂਰ ਨੇ। ਮੇਰੀ ਖੋਜ ਕਹਿੰਦੀ ਹੈ ਕਿ ਮੈਨੂੰ 25 ਸਾਲ ਹੋ ਗਏ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਖੋਜ ਕਰਦੇ ਨੂੰ। ਵਿੱਚ ਅਸੀਂ ਵੀ ਇੱਕ ਫਾਈਲ ਮੈਂ ਦਿਖਾਉਣਾ ਚਾਹਾਂਗੇ। ਇਹ ਫਾਈਲ ਅਸੀਂ ਜਿਹੜੀ ਓਰੀਜਨਲ ਫਾਈਲ ਹੈ ਅਸੀਂ ਇਹ ਇੰਗਲੈਂਡ ਤੋਂ 2018 ਦੇ ਵਿੱਚ ਅਸੀਂ ਮੰਗਾਉਣ ਦੇ ਵਿੱਚ ਕਾਮਯਾਬ ਹੋ ਗਏ ਸੀ। ਤੇ ਜਿਵੇਂ ਕੈਕਸਟਨ ਹਾਲ ਦੀ ਘਟਨਾ ਦਾ ਸਕਿੰਟ ਦਾ ਜ਼ਿਕਰ ਇਹਦੇ ਵਿੱਚ ਜ਼ਿਕਰ ਹੈ। 24 ਦੇ ਕਰੀਬ ਗਵਾਹ ਜਿਹੜੇ ਸੀਗੇ ਉਹ ਭੁਗਤਾਏ ਗਏ ਸੀਗੇ। ਉਹਦੇ ਵਿੱਚ ਬਹੁਤ ਸਪਸ਼ਟ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਇਹਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਬਰਥਾ ਹੈਰਿੰਗ ਲੇਡੀ ਸੀ, ਉਹਨੇ ਇਹਨੂੰ ਮਤਲਬ ਕਿ ਅੱਡੀ ਅੜਾਈ ਸੀ, ਇਸ ਕਰਕੇ ਗਿਰ ਗਿਆ ਸੀ ਤੇ ਬਾਕੀਆਂ ਨੂੰ ਓਵਰਪਾਵਰ ਕਰ ਲਿਆ ਸੀ। ਥਾਂ ਕੈਕਸਟਨ ਹਾਲ ਲੰਡਨ ਦੇ ਵਿੱਚ ਜਦੋਂ ਸ਼ਹੀਦ ਊਧਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਇਹ ਸਾਡੇ ਕੋਲ ਉਹ ਡਾਕੂਮੈਂਟ ਮੌਜੂਦ ਨੇ ਔਰ ਸਾਡੇ ਨਾਲ ਰਕੇਸ਼ ਕੁਮਾਰ ਜੀ ਨੇ ਜਿਨ੍ਹਾਂ ਨੇ ਸ਼ਹੀਦ ਊਧਮ ਸਿੰਘ ਜੀ ਤੇ ਪੂਰੇ ਤੱਥਾਂ ਤੇ ਆਧਾਰਿਤ ਕਿਤਾਬ ਲਿਖੀ ਹੈ ਔਰ ਜੋ ਅਸੀਂ ਰੋਜ਼ਾਨਾ ਦਿਨਾਂ ਵਿੱਚ ਪੜ੍ਹਦੇ ਹਾਂ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ, ਸੋ ਉਹ ਬਿਲਕੁਲ ਹੀ ਤੱਥਾਂ ਤੋਂ ਉਲਟ ਹੈ। ਉਹ ਕੀ ਨੇ ਤੱਥ, ਉਹ ਕੀ ਨੇ ਫੈਕਟ, ਅੱਜ ਅਸੀਂ ਜਾਣਾਂਗੇ ਰਕੇਸ਼ ਕੁਮਾਰ ਜੀ ਕੋਲ। ਦੇਖੋ, ਸ਼ਹੀਦ ਊਧਮ ਸਿੰਘ ਬਾਰੇ ਜਿਹੜੀ ਪ੍ਰਚਲਿਤ ਗੱਲ ਹੈ, ਆਮ ਜਿਹੜੇ ਮਤਲਬ ਕਿ ਨਾਟਕਾਂ ਦੇ ਵਿੱਚ ਵੀ ਲੇਖਾਂ ਦੇ ਵਿੱਚ ਵੀ ਬਹੁਤ ਲੇਖਕ ਲਿਖੀ ਜਾ ਰਹੇ ਨੇ ਕਿ ਉਹਨਾਂ ਨੂੰ ਮਤਲਬ ਕਿ ਜਲਿਆਂਵਾਲਾ ਬਾਗ ਦਾ ਮਤਲਬ ਕਿ ਬਦਲੇ ਵਾਸਤੇ ਕਿਹਾ ਜਾਂਦਾ ਵੀ 21 ਸਾਲ ਬਾਅਦ ਉਹਨੇ ਮਾਈਕਲ ਐਡਵਾਇਰ ਨੂੰ ਮਾਰ ਕੇ ਜਲਿਆਂਵਾਲਾ ਬਾਗ ਦਾ ਬਦਲਾ ਲਿੱਤਾ। ਇਹੀ ਗੱਲ ਜਿਹੜੀ ਆਮ ਇਹ ਪਰ ਜਿਹੜੀ ਮੇਰੀ ਖੋਜ ਕਹਿੰਦੀ ਕਿ ਮੈਨੂੰ 25 ਸਾਲ ਹੋ ਗਏ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਖੋਜ ਕਰਦੇ ਨੂੰ। ਇਹਦੇ ਵਿੱਚ ਮੈਂ ਇਹ ਦੇਖਿਆ ਵੀ ਜਿਹੜੀਆਂ ਪ੍ਰਚਲਿਤ ਗੱਲਾਂ ਨੇ ਅਸਲ ਇਹ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਤੋਂ ਕਿਤੇ ਦੂਰ ਨੇ। ਜਿਸ ਤਰ੍ਹਾਂ ਆਪਾਂ ਇਹ ਗੱਲ ਸ਼ੁਰੂ ਕਰੀਏ, ਇਹ ਕਿਹਾ ਜਾਂਦਾ ਵੀ ਉਹ ਜਲਿਆਂਵਾਲਾ ਬਾਗ ਦੇ ਵਿੱਚ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸੀ। ਕੁਛ ਨੇ ਕਿਹਾ ਕਿ ਉਹ ਉਸ ਤੋਂ ਬਾਅਦ ਵੀ ਜਦੋਂ ਲਾਸ਼ਾਂ ਨੂੰ ਸੰਭਾਲਣ 'ਚ ਮਦਦ ਕਰ ਰਿਹਾ ਸੀ। ਲੇਕਿਨ ਜਿਹੜੇ ਬ੍ਰਿਟਿਸ਼ ਡਾਕੂਮੈਂਟਸ ਸਾਡੇ ਕੋਲ ਮੌਜੂਦ ਨੇ ਜਾਂ ਊਧਮ ਸਿੰਘ ਦੀ ਆਪਣੀ ਜਿਹੜੀ ਹੈਗੀ ਹੈ ਕੋਰਟ ਦੀ ਜਦੋਂ ਉਹਦੀ ਪੇਸ਼ੀ ਹੋਈ ਸੀ 5 ਜੂਨ 1940 ਨੂੰ, ਉਦੋਂ ਦਾ ਜਿਹੜਾ ਉਹਦਾ ਆਪਣਾ ਰਿਕਾਰਡ ਉਹਨੇ ਖੁਦ ਕਿਹਾ ਸੀ ਕਿ ਮੈਂ ਉਸ ਵੇਲੇ ਭਾਰਤ ਦੇ ਵਿੱਚ ਨਹੀਂ ਸੀ, ਪੂਰਬੀ ਅਫਰੀਕਾ 'ਚ ਸੀ। ਇਸੇ ਤਰ੍ਹਾਂ ਕੈਨਨ ਰੋ ਪੁਲਿਸ ਸਟੇਸ਼ਨ ਦੀ ਰਿਪੋਰਟ ਹੈ। ਇੱਕ ਫਾਈਲ ਜਿਹੜੀ ਸਾਨੂੰ ਦਿੱਲੀ ਦੇ ਆਰਕਾਈਵ 'ਚੋਂ ਮਿਲੀ ਹੈ ਜਿਹਦਾ ਨੰਬਰ ਹੈਗਾ ਫਾਈਲ ਨੰਬਰ 77 1940। ਉਹਦੇ ਵਿੱਚ ਵੀ ਕੀ ਸੀਗਾ ਕਿ ਜਦੋਂ ਇਹਨੂੰ ਅਰੈਸਟ ਕੀਤਾ ਸੀ, ਜੇਲ੍ਹ 'ਚ ਸੀਗਾ, ਉਦੋਂ ਜਿਹੜੇ ਪਾਕਿਸਤਾਨ ਦੇ ਸੂਏ ਸੀ ਲਗਾਤਾਰ ਇਹਦਾ ਪਿੱਛਾ ਕਰਦੇ ਸੀ ਜਾਂ ਇਹਦੇ ਬਾਰੇ ਤਹਿਕੀਕਾਤ ਕਰਦੇ ਸੀ ਵੀ ਇਹਦਾ ਪਤਾ ਲੱਗੇ। ਉਸ ਵੇਲੇ ਫਿਰ ਕੀ ਸੀਗਾ ਵੀ ਊਧਮ ਸਿੰਘ ਨੇ ਕਿਤੇ ਕੋਈ ਗੱਲ ਇਸ ਤਰ੍ਹਾਂ ਦੀ ਕਹੀ ਸੀ ਕਿ ਵੀ ਮੇਰੇ ਭੈਣ ਭਾਈ ਉੱਥੇ ਮਾਰੇ ਗਏ, ਉਦੋਂ ਮੈਂ ਅੰਮ੍ਰਿਤਸਰ ਮੌਜੂਦ ਸੀ। ਇਸ ਦੀ ਇਹਨਾਂ ਤੱਥਾਂ ਨੂੰ ਵੈਰੀਫਿਕੇਸ਼ਨ ਕਰਨ ਵਾਸਤੇ ਬ੍ਰਿਟਿਸ਼ ਅਧਿਕਾਰੀਆਂ ਨੇ ਇੰਗਲੈਂਡ ਤੋਂ ਇੱਕ ਇੱਥੇ ਜਿਹੜੇ ਭਾਰਤ ਅਧਿਕਾਰੀ ਸੀ ਉਹਨਾਂ ਨੂੰ ਇੱਕ ਟੈਲੀਗ੍ਰਾਮ ਭੇਜੀ ਸੀ 16 ਜੂਨ 1940 ਨੂੰ। ਉਹਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਕਿ ਵੀ ਸਾਨੂੰ ਇਹਦੀ ਵੈਰੀਫਿਕੇਸ਼ਨ ਕਰਕੇ ਦੱਸੋ ਵੀ ਇਹਦੇ ਭੈਣ ਭਾਈ ਉੱਥੇ ਮਾਰੇ ਗਏ, ਆਪੇ ਅੰਮ੍ਰਿਤਸਰ ਮੌਜੂਦ ਸੀਗਾ। ਉਹਦੇ ਵਿੱਚ ਫਿਰ ਇਹਨਾਂ ਨੇ ਤਹਿਕੀਕਾਤ ਕੀਤੀ, ਅੰਮ੍ਰਿਤਸਰ ਵੀ ਤੇ ਸੁਨਾਮ ਵੀ। ਫਿਰ ਇੱਕ ਰਿਟਰਨ ਟੈਲੀਗ੍ਰਾਮ ਇਹਨਾਂ ਨੇ 20 ਜੂਨ 1940 ਨੂੰ ਵਾਪਸ ਭੇਜੀ ਕਿ ਵੀ ਨਾ ਇਹਦਾ ਕੋਈ ਭੈਣ ਭਾਈ ਮਾਰਿਆ ਗਿਆ ਤੇ ਨਾ ਇਹ ਆਪ ਉਸ ਵੇਲੇ ਮਤਲਬ ਅੰਮ੍ਰਿਤਸਰ ਦੇ ਵਿੱਚ ਮੌਜੂਦ ਸੀਗਾ। ਅਸਲ ਦੇ ਵਿੱਚ ਕੀ ਹੈ ਵੀ ਲੋਕਾਂ ਨੂੰ ਜਿਹੜਾ ਪਹਿਲਾਂ ਮੈਂ ਇੱਕ ਸਾਫ਼ ਕਰਦਾ ਵੀ ਡਾਇਰ ਤੇ ਐਡਵਾਇਰ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਹੈਗਾ। ਬਹੁਤ ਲੋਕ ਡਾਇਰ ਲਿਖੀ ਜਾਂਦੇ, ਬਹੁਤ ਐਡਵਾਇਰ। ਅਸਲ ਕੀ ਸੀ, ਜਿਹੜਾ ਮਾਈਕਲ ਐਡਵਾਇਰ ਸੀ ਇਹ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਇਹਦਾ ਹੈੱਡਕੁਆਰਟਰ ਜਿਹੜਾ ਸੀ ਲਾਹੌਰ ਸੀਗਾ। ਜਿਹੜਾ ਡਾਇਰ ਸੀਗਾ ਇਹ ਫੌਜ ਦਾ ਬ੍ਰਿਗੇਡੀਅਰ ਜਨਰਲ ਸੀਗਾ। ਇਹ 13 ਅਪ੍ਰੈਲ 1919 ਨੂੰ ਜਦੋਂ ਘਟਨਾ ਵਾਪਰੀ ਹੈ, ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਆਜ਼ਾਦੀ ਦੀ ਜਿਹੜੀ ਲਹਿਰ ਸੀ ਬਹੁਤ ਤੇਜ਼ ਸੀ। ਉਸ ਵੇਲੇ ਵੱਡੇ ਇਕੱਠ ਹੋਏ ਸੀ। ਇਹਨਾਂ ਨੂੰ ਦੇਖਦੇ ਹੋਏ ਬ੍ਰਿਟਿਸ਼ ਗੌਰਮੈਂਟ ਨੇ ਕੀ ਕੀਤਾ ਸੀਗਾ ਵੀ ਜਿਹੜਾ ਅੰਮ੍ਰਿਤਸਰ ਸ਼ਹਿਰ ਸੀ ਉਹ ਫੌਜ ਦੇ ਹਵਾਲੇ ਕਰਤਾ ਸੀਗਾ। ਉਹਦੀ ਕਮਾਂਡ ਡਾਇਰ ਕੋਲ ਸੀਗਾ। 13 ਅਪ੍ਰੈਲ 1919 ਨੂੰ ਵੀ ਜਦੋਂ ਘਟਨਾ ਵਾਪਰੀ ਤਾਂ ਡਾਇਰ ਨੇ ਕੁਝ ਫੌਜੀਆਂ ਨੂੰ ਲੈ ਕੇ ਜਿਹੜੀ ਗੋਲੀ ਚਲਾਈ ਸੀ, ਜਿਹਦੇ ਵਿੱਚ ਆਪਣੇ ਮਤਲਬ ਕਿ 300-400 ਲੋਕ ਮਾਰੇ ਗਏ। ਕਮਿਸ਼ਨ ਨੇ ਡਾਇਰ ਨੂੰ ਪੁੱਛਿਆ, ਐਡਵਾਇਰ ਨੂੰ ਉਹਨਾਂ ਨੇ ਪੁੱਛਿਆ ਵੀ ਇਹਦੇ ਬਾਰੇ ਆਰਮੀ ਕੌਂਸਲ ਬੈਠੀ, ਉਹਦੀ ਸਾਰੀਆਂ ਹੋਈਆਂ। ਈਵਨ ਕਿ ਇਹਦੇ ਸੰਬੰਧ ਦੇ ਵਿੱਚ ਇਹ ਜਿਹੜੀ ਘਟਨਾ ਸੀ, ਮਾਈਕਲ ਐਡਵਾਇਰ ਨੇ ਇੱਕ ਕਿਤਾਬ ਵੀ ਲਿਖੀ ਹੈ ਜਿਹਦਾ ਨਾਂ ਇੰਡੀਆ ਐਜ਼ ਆਈ ਨਿਊ ਇਟ 1925 'ਚ ਲਿਖੀ ਸੀਗੀ। ਇਹਦੇ ਵਿੱਚ ਵੀ ਉਹਨੇ ਉਸ ਘਟਨਾ ਦਾ ਜ਼ਿਕਰ ਕੀਤਾ। ਇਹਦੇ ਵਿੱਚ ਜਿਹੜਾ ਸੀਗਾ ਮਾਈਕਲ ਐਡਵਾਇਰ ਨੇ ਲਿਖਿਆ ਵੀ ਇਸ ਘਟਨਾ ਬਾਰੇ ਵੀ ਸ਼ਾਮ ਨੂੰ ਮੈਨੂੰ ਬਾਗੀਆਂ ਤੇ ਫੌਜ ਦਰਮਿਆਨ ਜਿਹੜੀ ਝੜਪ ਹੋਈ ਉਹਦਾ ਪਤਾ ਲੱਗੇ। ਜਦੋਂ ਊਧਮ ਸਿੰਘ ਨੂੰ 5 ਜੂਨ 1940 ਨੂੰ ਬ੍ਰਿਟਿਸ਼ ਗੌਰਮੈਂਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਉਹਦੇ ਡਾਕੂਮੈਂਟਾਂ ਤੇ ਜੱਜ ਨੇ ਸਾਰੇ ਤੇ ਪਾਬੰਦੀ ਲਾਤੀ ਸੀ। ਇਹ ਪਾਬੰਦੀ ਵੱਧਦੀ 2040 ਤੱਕ 100 ਸਾਲ ਲਈ ਹੋਈ ਹੈ। ਉਹਦੇ ਵਿੱਚ ਵੀ ਸੀ ਕੁਝ ਫਾਈਲਾਂ
ਉਹਦੀ ਜਿਹੜੀਆਂ ਸੀਗੀਆਂ 1997 ਦੇ ਵਿੱਚ ਜਿਹੜੇ ਭਾਰਤ ਦੇ ਲੋਕ ਇੰਗਲੈਂਡ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਉੱਥੋਂ ਅਪਰੋਚ ਕਰਕੇ 5 ਫਾਈਲਾਂ ਰੇਜ਼ ਕਰਾਈਆਂ ਸੀ ਤੇ ਉਸ ਤੋਂ ਬਾਅਦ 2016 ਦੇ ਵਿੱਚ ਵੀ ਕੁਝ ਫਾਈਲਾਂ ਉਹਨਾਂ ਨੇ ਪਬਲਿਕ ਡੋਮੇਨ ਦੇ ਉੱਤੇ ਪਾਈਆਂ ਸੀਗੀਆਂ। ਇਹਦੇ ਵਿੱਚ ਅਸੀਂ ਵੀ ਇੱਕ ਫਾਈਲ ਮੈਂ ਦਿਖਾਉਣਾ ਚਾਹਾਂਗੇ। ਇਹ ਫਾਈਲ ਅਸੀਂ ਜਿਹੜੀ ਓਰੀਜਨਲ ਫਾਈਲ ਹੈ ਅਸੀਂ ਇਹ ਇੰਗਲੈਂਡ ਤੋਂ 2018 ਦੇ ਵਿੱਚ ਅਸੀਂ ਮੰਗਾਉਣ ਦੇ ਵਿੱਚ ਕਾਮਯਾਬ ਹੋ ਗਏ ਸੀ। ਇਹਨਾਂ ਫਾਈਲਾਂ ਦੇ ਆਉਣ ਤੋਂ ਬਾਅਦ ਕੀ ਹੈ ਵੀ ਉਹਨਾਂ ਦੀ ਜ਼ਿੰਦਗੀ ਬਾਰੇ ਜਿਹੜੇ ਬਹੁਤ ਤੱਥ ਹੈਗੇ ਸਪਸ਼ਟ ਰੂਪ 'ਚ ਸਾਹਮਣੇ ਆਇਆ ਤੇ ਜਿਵੇਂ ਕੈਕਸਟਨ ਹਾਲ ਦੀ ਘਟਨਾ ਦਾ ਸਕਿੰਟ ਦਾ ਜ਼ਿਕਰ ਇਹਦੇ ਵਿੱਚ ਜ਼ਿਕਰ ਹੈ। 24 ਦੇ ਕਰੀਬ ਗਵਾਹ ਜਿਹੜੇ ਸੀਗੇ ਉਹ ਭੁਗਤਾਏ ਗਏ ਸੀਗੇ। ਕੈਕਸਟਨ ਹਾਲ ਦੇ ਵਿੱਚ ਵੀ ਜਿਹੜੇ ਸੀਗੇ ਊਧਮ ਸਿੰਘ ਨੇ 4 ਅੰਗਰੇਜ਼ ਅਫਸਰਾਂ ਤੇ 6 ਗੋਲੀਆਂ ਮਾਰੀਆਂ ਸੀਗੀਆਂ। ਇਹ ਮੈਂ ਤੁਹਾਨੂੰ ਦਿਖਾਵਾਂ ਡੇਲੀ ਮਿਰਰ ਦੀ, ਇਹ ਉਸ ਤੋਂ ਅਗਲੇ ਦਿਨ ਦੀ 14 ਮਾਰਚ 1940 ਦੀ ਰਿਪੋਰਟ ਹੈ। ਇਹਦੇ ਮੁਤਾਬਕ ਉਹਨੇ ਪਹਿਲੀਆਂ 2 ਗੋਲੀਆਂ ਮਾਰਕਸ ਆਫ ਜੈਟਲੈਂਡ ਦੇ ਮਾਰੀਆਂ, ਫਿਰ ਉਡਵਾਇਰ ਦੇ ਮਾਰੀ ਸੀ ਗੋਲੀਆਂ 2, ਫਿਰ ਲੂਇਸ ਡੇਨ ਤੇ ਲਾਰਡ ਲੈਂਪਟਨ ਦੇ ਮਾਰੀ ਸੀ। ਇਹ ਚਾਰੇ ਹੀ ਭਾਰਤ ਦੇ ਵਿੱਚ ਕਿਸੇ ਨਾ ਕਿਸੇ ਵੇਲੇ ਗਵਰਨਰ ਰਹਿ ਚੁੱਕੇ ਸੀਗੇ। ਉੱਥੇ ਕੀ ਹੋਇਆ ਸੀਗਾ, ਜਿਹੜਾ ਮਾਈਕਲ ਉਡਵਾਇਰ ਸੀਗਾ ਇਹ ਮਰ ਗਿਆ ਸੀਗਾ, ਬਾਕੀ ਜਿਹੜੇ ਜ਼ਖਮੀ ਹੋਏ ਸੀ। ਮਤਲਬ ਕਿ ਜਿਸ ਕਰਕੇ ਇਹ ਆਮ ਲੋਕਾਂ ਨੂੰ ਆਮ ਜਿਹੜੀ ਪ੍ਰਚਲਿਤ ਹੈ ਕਿ ਵੀ ਉਹ ਜਿਹੜਾ ਵੀ ਮਾਈਕਲ ਉਡਵਾਇਰ ਦੇ ਇਕੱਲੀ ਗੋਲੀ ਮਾਰੀਆਂ ਇਸ ਤਰ੍ਹਾਂ ਦਾ ਨਹੀਂ ਹੈਗਾ। ਇੱਕ ਹੋਰ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਦਾ ਵਾ, ਜਿਹੜਾ ਆਮ ਪ੍ਰਚਲਿਤ ਹੈ ਕਿ ਵੀ ਉਹ ਜਿਹੜੀ ਪਿਸਤੌਲ ਕੈਕਸਟਨ ਹਾਲ ਦੇ ਵਿੱਚ ਕਿਤਾਬ 'ਚ ਲੈ ਕੇ ਗਿਆ ਸੀਗਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਜਿਹੜਾ ਸੀਗਾ ਆਪਣੀ ਜਿਹੜੀ ਪਿਸਤੌਲ ਸੀ ਉਹ ਆਪਣੇ 3 ਪੀਸ ਸੂਟ ਉਹਦੇ ਪਾਇਆ ਸੀਗਾ, ਉਹਦੇ ਵਿੱਚ ਲੈ ਕੇ ਗਿਆ ਸੀਗਾ। ਕਿਉਂਕਿ ਉਸ ਤੋਂ ਬਾਅਦ ਵੀ ਕੀ ਹੈ ਵੀ ਜਦੋਂ ਜਿੰਨੇ ਵੀ ਬਿਆਨ ਹੋਏ ਆ ਸਾਰੇ ਉਹਦੇ ਵਿੱਚ ਕਿਸੇ ਨੇ ਕੋਈ ਕਿਤਾਬ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਜਿਹੜੀ ਮਤਲਬ ਕਿ ਜਿਹੜੀ ਉਹ ਆਪਣਾ ਉਹਦੇ ਕੋਲੋਂ ਜਦੋਂ ਮੌਕੇ ਤੇ ਫੜਿਆ ਗਿਆ ਸਾਰੀਆਂ ਜਿਹੜੀਆਂ ਚੀਜ਼ਾਂ ਉਹਦੇ ਕੋਲ ਬਰਾਮਦ ਹੋਈ ਉਹਦੇ ਵਿੱਚ ਕੋਈ ਵੀ ਕਿਤਾਬ ਵਗੈਰਾ ਨਹੀਂ ਸੀ। ਉਹ ਜਿਹੜੀ ਪਿਸਤੌਲ ਸੀ ਉਹ 3 ਪੀਸ ਸੂਟ ਦੇ ਵਿੱਚ ਹੀ ਲੈ ਕੇ ਗਿਆ ਸੀ। ਤੱਕ ਮਤਲਬ ਕਿ ਇਹਨਾਂ ਦੀ ਕਦੇ ਵੀ ਕੋਈ ਜੇਲ੍ਹ 'ਚ ਮੁਲਾਕਾਤ ਹੋਈ ਹੋਵੇ। ਹਾਂ ਇੰਨਾ ਜ਼ਰੂਰ ਆ ਆਪਸੀ ਰਿਸ਼ਤੇ ਬਾਰੇ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਦਵਾਂ ਕਿ ਊਧਮ ਸਿੰਘ ਨੇ ਜੇਲ੍ਹ ਦੇ ਵਿੱਚ ਕਈ ਚਿੱਠੀਆਂ ਲਿਖੀਆਂ, ਉਹਦੇ ਵਿੱਚ 2 ਚਿੱਠੀਆਂ ਦੇ ਵਿੱਚ ਜਿਹੜਾ ਹੈਗਾ ਮਤਲਬ ਕਿ ਇਹਦੇ ਵਿੱਚ ਊਧਮ ਸਿੰਘ ਨੇ ਭਗਤ ਸਿੰਘ ਦਾ ਜ਼ਿਕਰ ਕੀਤਾ ਕਿ ਮੈਂ ਇੱਕ ਮੇਰਾ ਦੋਸਤ ਸੀ ਜਿਹਨੂੰ ਮੈਂ ਦੱਸਿਆ ਨਹੀਂ, ਇਹਨੂੰ 10 ਸਾਲ ਪਹਿਲਾਂ ਫਾਂਸੀ ਹੋ ਗਈ ਸੀ, ਉਹਨੂੰ ਰਾਤ ਨੂੰ ਹੋਈ ਸੀ, ਹੋ ਸਕਦਾ ਮੈਨੂੰ ਵੀ ਉਸ ਵੇਲੇ ਹੋਏ। ਮਤਲਬ ਇਸ ਤਰ੍ਹਾਂ ਦਾ ਜ਼ਿਕਰ ਉਹਨੇ ਇਹਦੇ ਵਿੱਚ ਜ਼ਰੂਰ ਕੀਤਾ। ਇਹ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਇਸ ਤਰ੍ਹਾਂ ਦਾ ਇਹ ਜਿਹੜੇ ਮਤਲਬ 8 ਪੇਜ ਵੀ ਲੈ ਕੇ ਗਿਆ ਸੀ ਉਹਦੇ ਵਿੱਚ ਵੀ ਉਹਨੇ ਮਤਲਬ ਕਿ ਭਗਤ ਸਿੰਘ ਹੋਰਾਂ ਦੀ ਭੁੱਖ ਹੜਤਾਲ ਦਾ ਜ਼ਿਕਰ ਕੀਤਾ। ਮਤਲਬ ਜੇਲ੍ਹ ਦੇ ਵਿੱਚ ਆਪਸ 'ਚ ਕਦੇ ਮੁਲਾਕਾਤ ਹੋਈ ਇਸ ਤਰ੍ਹਾਂ ਦਾ ਕੋਈ ਪ੍ਰਮਾਣਿਤ ਤੱਥ ਨਹੀਂ ਮਿਲਿਆ ਹੈਗਾ। ਨਾ ਹੀ ਕਿਸੇ ਲੇਖਕ ਨੇ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਜ਼ਰੂਰ ਕੀਤਾ ਬੇਲ ਦਾ, ਪਰ ਉਹ ਪ੍ਰਮਾਣਿਤ ਤੱਥ ਵਗੈਰਾ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੈਗਾ। ਦੇਖੋ ਜਿਹੜੇ ਬ੍ਰਿਟਿਸ਼ ਡਾਕੂ ਜਿਹੜੀ ਕੱਲੀ ਘਟਨਾ ਮੈਂ ਦੱਸਿਆ ਵੀ ਇੱਕ ਸਕਿੰਟ ਦਾ ਕੈਕਸਟਨ ਹਾਲ 'ਚ ਕੀ ਹੋਇਆ ਸਾਰਾ ਜ਼ਿਕਰ ਹੈ, ਉਹਦੇ ਵਿੱਚ ਬਹੁਤ ਸਪਸ਼ਟ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਇਹਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਬਰਥਾ ਹੈਰਿੰਗ ਲੇਡੀ ਸੀ, ਉਹਨੇ ਇਹਨੂੰ ਮਤਲਬ ਕਿ ਅੱਡੀ ਅੜਾਈ ਸੀ, ਇਸ ਕਰਕੇ ਗਿਰ ਗਿਆ ਸੀ ਤੇ ਬਾਕੀ ਨੂੰ ਓਵਰਪਾਵਰ ਕਰ ਲਿਆ ਸੀ। ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈਗੀ। ਇਹਦੀ ਬਕਾਇਦਾ ਜਿਹੜੇ ਇਹਦੇ ਦੋਸਤ ਮਿੱਤਰ ਸੀਗੇ ਊਧਮ ਸਿੰਘ ਦੇ ਤੇ ਉਹਨਾਂ ਨੇ ਪੈਸੇ ਵਗੈਰਾ ਲੋਕਾਂ ਤੋਂ ਇਕੱਠੇ ਕਰਕੇ ਬਾਕੀ ਜਿਹੜੇ ਵਕੀਲ ਸੀ ਇੱਕ ਏਜੰਸੀ ਹਾਇਰ ਕੀਤੀ ਸੀ। ਉਹਦੇ ਵਿੱਚ ਇੱਕ ਕ੍ਰਿਸ਼ਨਾ ਮੈਨਨ ਭਾਰਤੀ ਵਕੀਲ ਵੀ ਸੀਗਾ, ਬਾਕੀ ਜਿਹੜੇ ਸੀਗੇ ਬ੍ਰਿਟਿਸ਼ ਜਿਹੜੇ ਵਕੀਲ ਸੀਗੇ ਉਹਨਾਂ ਨੇ ਕੇਸ ਪੂਰਾ ਉਹਨਾਂ ਦਾ ਲੜਿਆ ਹੈ। ਇਹ ਹੈਗੀ ਆ ਮੇਰੀਆਂ ਹੁਣ ਤੱਕ 4 ਕਿਤਾਬਾਂ ਊਧਮ ਸਿੰਘ ਤੇ ਆਈਆਂ। ਮਤਲਬ ਕਿ ਪਹਿਲਾਂ ਆਈ ਸੀਗੀ ਭਾਰਤ ਦੀ ਆਜ਼ਾਦੀ ਦੀ ਸ਼ਬਦ ਦਾ ਪ੍ਰਮਾਣ, ਫਿਰ ਬਦਲੇ ਤੋਂ ਪਾ ਸਮਾਜਿਕ ਬਦਲਾਅ ਨੂੰ ਪਾਇਆ ਸੀ, ਫਿਰ ਇੰਗਲਿਸ਼ 'ਚ ਕਿਤਾਬ ਹੈ ਹੀਰੋ ਇਨ ਦ ਕਾਜ਼ ਆਫ ਇੰਡੀਅਨ ਫਰੀडम, ਫਿਰ ਇੱਕ ਮੈਂ ਛੋਟਾ ਡਾਕੂਮੈਂਟ ਹੁਣ ਨਵੀਆਂ ਕੋਟੇਸ਼ਨਾਂ ਸੀ ਜਿਹੜੀਆਂ 82 ਸਾਲ ਬਾਅਦ ਪਹਿਲੀ ਵਾਰ ਪੜ੍ਹੀਆਂ ਸੀ 10 ਕੋਟੇਸ਼ਨਾਂ, ਉਹਦੇ ਵਿੱਚ ਜ਼ਿਕਰ ਹੈ। ਤੁਸੀਂ ਹੁਣ ਕਿਉਂਕਿ ਆਪਾਂ ਜੋ ਪੜ੍ਹਦੇ ਆ ਸ਼ਹੀਦ ਊਧਮ ਸਿੰਘ ਜੀ ਬਾਰੇ ਹੈ ਨਾ, ਜੋ ਆਪਾਂ ਦੇਖਦੇ ਆ ਪੜ੍ਹਦੇ ਆ, ਤੇ ਕੀ ਤੁਸੀਂ ਕਦੇ ਸਰਕਾਰ ਨੂੰ ਪਹੁੰਚ ਨਹੀਂ ਕੀਤੀ ਕਿ ਇਹਨੂੰ ਬਦਲਿਆ ਜਾਵੇ ਇਤਿਹਾਸ ਜੋ ਵੀ ਹੈਗਾ ਇਹਦਾ? ਦੇਖੋ ਉਹਦੇ ਵਿੱਚ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਹੁਣ ਜਿਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਇੱਕ ਲੇਖ ਲੱਗਿਆ ਸੀ 5ਵੀਂ ਦੇ ਵਿੱਚ, ਉਦੋਂ ਅਸੀਂ ਉਹਨੂੰ ਉਹਨਾਂ ਦੇ ਧਿਆਨ 'ਚ ਲਿਆਂਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਾਲਿਆਂ ਨੂੰ ਵੀ ਇਹਦੇ ਵਿੱਚ ਇਹ ਤਰੁੱਟੀਆਂ ਨੇ ਵੀ ਅਸਲੀ ਤੱਥ ਇਹ ਨੇ ਵੀ ਇਸ ਤਰ੍ਹਾਂ ਜਿੱਥੇ ਵੀ ਕੋਈ ਆਂਦਾ ਹੈਗਾ ਲਗਾਤਾਰ ਮਤਲਬ ਕਿ ਜਿਵੇਂ ਅਸੀਂ ਉਹਨਾਂ ਦੇ ਧਿਆਨ 'ਚ ਲਿਆਉਂਦੇ ਹੈਗੇ। ਦੇਖੋ ਉਹਦੇ ਵਿੱਚ ਬਹੁਤ ਸਪਸ਼ਟ ਗੱਲ ਹੈ। ਮੈਂ ਇੱਕ ਇਹ ਦੱਸਦਾ ਵੀ ਕਿ ਚਾਹੇ ਊਧਮ ਸਿੰਘ ਦੀ ਅਸਲੀ ਪਹਿਚਾਣ ਦੀ ਗੱਲ ਹੈ, ਬਹੁਤ ਹੀ ਸਰਕਾਰ ਵੀ ਅੱਜ ਤੱਕ ਪੰਜਾਬ ਸਰਕਾਰ ਵੀ ਲਗਾਤਾਰ ਆਪਣੇ ਇਸ਼ਤਿਹਾਰਾਂ ਦੇ ਵਿੱਚ ਉਹਦੀ ਓਰੀਜਨਲ ਫੋਟੋ ਦੀ ਥਾਂ ਦੇ ਉੱਤੇ ਈਵਨ ਕਿ ਜਿਹੜੀ ਪੇਂਟਿੰਗਸ ਹੈਗੀਆਂ ਉਹ ਲਗਾਉਂਦੀ ਹੈ। ਅਸੀਂ ਲਗਾਤਾਰ ਪ੍ਰਚਾਰ ਕਰ ਰਹੇ ਵੀ ਜਦੋਂ ਤੱਕ ਉਹਦੀ ਓਰੀਜਨਲ ਫੋਟੋ ਅਵੇਲੇਬਲ ਹੈਗੀਆਂ ਕੁਛ ਵੀ ਤੁਸੀਂ ਉਹ ਲਗਾਓ। ਹੌਲੀ ਹੌਲੀ ਕਰਕੇ ਲੋਕਾਂ ਨੂੰ ਅਸੀਂ ਦੱਸ ਰਹੇ ਹਾਂ, ਪ੍ਰਚਾਰ ਕਰ ਰਹੇ ਹਾਂ ਲੋਕਾਂ 'ਚ। ਜਦੋਂ ਮਤਲਬ ਕਿ ਆਪਣੀ ਗੱਲ ਕਹਿਣ ਜਾਂਦੇ ਹਾਂ ਥਾਵਾਂ ਤੇ ਸੰਸਥਾਵਾਂ 'ਚ ਕਾਲਜਾਂ ਤੇ ਹੋਰ ਅਸੀਂ ਉਹਨਾਂ ਨੂੰ ਦੱਸਦੇ ਵੀ ਅਸਲੀ ਇਹ ਹੈ। ਬਹੁਤ ਸੰਸਥਾਵਾਂ ਤੇ ਉਹ ਲੱਗ ਗਏ, ਸਰਕਾਰ ਤੱਕ ਵੀ ਇਹ ਗੱਲ ਪਹੁੰਚਦੀ, ਪਰ ਹਾਲੇ ਵੀ ਬਹੁਤ ਹੈ ਵੀ ਮੱਖੀ ਦੇ ਮੱਖੀ ਮਾਰੀ ਜਾਂਦੇ। ਉਸੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹੁਣ 31 ਜੁਲਾਈ ਨੂੰ ਇਸ ਇਸ਼ੂ ਤੇ ਉਹ ਬੋਲੇ ਸੀਗੇ ਵੀ ਜਲਦੀ ਹੀ ਅਸੀਂ ਜਿਹੜਾ ਇਹ ਬੁੱਤ ਹੈਗਾ ਵੀ ਇਹਨੂੰ ਬਦਲਾਂਗੇ ਕਿਸੇ ਵਧੀਆ ਘਾੜੇ ਤੋਂ ਬਣਵਾ ਕੇ। ਇਹ ਤੁਸੀਂ ਉਹਨਾਂ ਦੀ ਸਟੇਟਮੈਂਟ ਸਾਫ ਰਿਕਾਰਡਡ ਹੈਗੀ ਹੈ ਵੀ ਇਹ ਲਾਵਾਂਗੇ, ਪਰ ਹਾਲੇ ਤੱਕ ਬਦਲਿਆ ਨਹੀਂ ਜਿਹੜਾ ਹੈਗਾ, ਹਾਲੇ ਤੱਕ ਬਦਲਿਆ ਨਹੀਂ। ਸੀ ਕਿ 8000 ਗਦਰੀ ਲਹਿਰੀ ਆਏ ਸੀ, ਉਹਨਾਂ ਚੋਂ ਸਿਰਫ ਚੰਦ ਹੀ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਿਆ ਉਹਨਾਂ ਦਾ ਜ਼ਿਕਰ ਹੈ।
ਇਹ ਕੰਮ ਸਿੱਖੇ ਅਦਾਰਿਆਂ ਦਾ ਸੀਗਾ ਜੋ ਕਿ ਤੁਹਾਨੂੰ ਕਰਨਾ ਪੈ ਰਿਹਾ, ਕੀ ਕਹਿਣਾ ਚਾਹੋਗੇ? ਦੇਖੋ ਇਹ ਬਿਲਕੁਲ ਠੀਕ ਹੈ। 8000 ਜਿਹੜੇ ਗਦਰੀਆਂ ਦਾ ਰਿਕਾਰਡ ਦੇ ਵਿੱਚ ਹੈ ਕਿ ਉਹ ਜਦੋਂ ਗਦਰ ਪਾਰਟੀ ਨੇ ਸੱਦਾ ਦਿੱਤਾ ਸੀ ਅੱਡ-ਅੱਡ ਮੁਲਕਾਂ ਤੋਂ ਵਿੱਚੋਂ ਭਾਰਤ ਆਏ ਸੀਗੇ। ਇੱਕ ਉਹਨਾਂ ਦੇ ਬਹੁਤ ਘੱਟ ਗਦਰੀ, ਕਰੀਬ ਮੇਰੇ ਖਿਆਲ ਦੇ ਵਿੱਚ 70-80 ਦੇ ਕਰੀਬ ਗਦਰੀ ਹੋਣਗੇ ਜਿਨ੍ਹਾਂ ਦੇ ਬਾਰੇ ਵੱਧ ਡਿਟੇਲ ਦੇ ਵਿੱਚ ਜ਼ਿਕਰ ਆਉਂਦਾ। ਬਾਕੀ ਤਾਂ ਕਈਆਂ ਦੇ ਨਾਮ ਹੀ ਨਹੀਂ ਲਏ ਜਾਂਦੇ। ਕਈ ਤਾਂ ਸੈਂਕੜੇ ਇਹੋ ਜਿਹੇ ਗਦਰੀ ਹੈ ਜਿਨ੍ਹਾਂ ਦਾ ਕਦੇ ਨਾਮ ਹੀ ਨਹੀਂ ਆਉਂਦਾ। ਮੈਂ ਕੁਝ ਗਦਰੀਆਂ 'ਤੇ ਰਿਸਰਚ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ। ਗਾਂਧਾ ਸਿੰਘ ਕੱਚਰਪਨ ਕਦੇ ਸੁਣਿਆ ਹੀ ਨਹੀਂ ਅੱਜ ਤੱਕ, ਬੀਬੀ ਗੁਲਾਬ ਕੌਰ, ਲਾਲ ਸਿੰਘ ਸਹਿਬਾਨਾ, ਹੋਰ ਬਹੁਤ ਇਹੋ ਜਿਹੀ ਗਦਰੀ ਹੈ ਜਿਨ੍ਹਾਂ 'ਤੇ ਕੰਮ ਹੁਣ ਮਤਲਬ ਕਿ ਆਏ ਹੈ ਸਭ ਨੇ ਕੁਝ। ਲੇਕਿਨ ਇਹ ਜਿਹੜਾ ਕੀ ਹੈ ਵੀ ਜਿਸ ਤਰ੍ਹਾਂ ਇਹ ਕੰਮ ਸਾਰੇ ਅਦਾਰਿਆਂ ਦੇ ਕਰਨਾ, ਜਿਸ ਤਰ੍ਹਾਂ ਹੁਣ ਪੰਜਾਬੀ ਯੂਨੀਵਰਸਿਟੀ ਵਿੱਚ ਕਰਤਾਰ ਸਿੰਘ ਸਰਾਭਾ ਚੇਅਰ ਬਣੀ ਹੈ 5 ਸਾਲ ਹੋ ਗਏ। ਇਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਗਦਰ ਪਾਰਟੀ ਰਿਲੇਟਡ ਚੇਅਰ ਹੈ, ਪਰ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਉਹਨਾਂ ਦਾ ਉਹ ਕਰਕੇ ਦੇਖ ਲਓ, ਉਹਨਾਂ ਤੋਂ ਮੰਗ ਲਓ ਵੀ ਤੁਹਾਡੀ ਕੀ ਰਿਸਰਚ ਆਈ ਹੈ, ਵੀ ਇਹਨੇ 5 ਸਾਲ ਦੇ ਵਿੱਚ ਚੇਅਰ ਬਣੀ ਹੈਗੀ ਹੈ, ਵੀ ਇਹ ਤੁਸੀਂ ਮਤਲਬ ਤੁਹਾਡੀ ਆਊਟਪੁੱਟ ਕੀ ਆ? ਕੁਛ ਵੀ ਨਹੀਂ। ਅਸੀਂ 2018 ਦੇ ਵਿੱਚ ਕਰੀਬ ਅਸੀਂ ਉਹ 4 ਫਾਈਲਾਂ ਜਿਹੜੀਆਂ ਸੀਗੀਆਂ ਮਤਲਬ ਕਿ ਮੰਗਾਉਣ 'ਚ ਕਾਮਯਾਬ ਹੋ ਗਈ ਸੀ। ਉਹਨਾਂ 'ਚ ਇੱਕ ਫਾਈਲ ਮੈਂ ਤੁਹਾਨੂੰ ਦੱਸ ਰਿਹਾ, ਇਹ PCOM 9 ਨੰਬਰ ਹੈ, / 872 ਨੰਬਰ ਫਾਈਲ ਹੈਗੀ। ਇਹ ਅਸੀਂ ਪੂਰੀ ਕੰਪਲੀਟ ਫਾਈਲ ਜਿਹੜੀ ਹੈਗੀ ਹੈ ਇਹ ਉੱਥੋਂ ਮੰਗਾਈ ਸੀ। ਇਹ ਕਲੋਜ਼ਡ ਇਹਦੇ 'ਤੇ ਲਿਖਿਆ ਹੈ 2016 ਤੱਕ ਇਹ ਜਿਹੜੀ ਫਾਈਲ ਸੀ। ਇਹ ਪ੍ਰਿਜ਼ਨ ਡਿਪਾਰਟਮੈਂਟ ਦੀ ਫਾਈਲ ਹੈ। ਇਹ ਪੈਂਟਲਵਿਲ ਜੇਲ੍ਹ ਤੋਂ 31/5/65 ਦੇ ਵਿੱਚ ਇਹ ਜਿਹੜੀ ਫਾਈਲ ਸੀਗੀ ਪੈਂਟਲਵਿਲ ਜੇਲ੍ਹ ਜਿੱਥੇ ਊਧਮ ਸਿੰਘ ਦਾ ਟਰਾਇਲ ਚੱਲਿਆ ਸੀ। ਬਾਅਦ 'ਚ ਉਹਨੂੰ ਮਤਲਬ ਕਿ ਫਾਂਸੀ ਵੀ ਉਹਦੀ ਉੱਥੇ ਹੋਈ ਸੀ, ਮਤਲਬ ਫਾਂਸੀ ਦੇਣ ਤੋਂ ਬਾਅਦ ਉਹਨੂੰ ਦਵਾ ਦਿੱਤਾ ਸੀਗਾ। ਯਾਨੀ ਕਿ ਇਹ ਉੱਥੋਂ ਦੀ ਫਾਈਲ ਜਿਹੜੀ ਹੈਗੀ ਆਰਕਾਈਵ ਵਿੱਚ 65 ਦੇ ਵਿੱਚ ਆਈ ਸੀ, ਪਰ ਬ੍ਰਿਟਿਸ਼ ਗੌਰਮੈਂਟ ਨੇ 2016 ਦੇ ਵਿੱਚ ਆ ਕੇ ਪਬਲਿਕ ਡੋਮੇਨ ਤੇ ਪਾਇਆ ਜਿਹੜਾ ਸੀਗਾ। ਇਹਦੇ ਵਿੱਚ ਇਹ ਜਿਹੜਾ ਉਸ ਸਮੇਂ ਜੇਲ੍ਹ ਦੇ ਵਿੱਚ ਜਿਹੜੀ ਕੋਰਸਪੋਂਡੈਂਸ ਬ੍ਰਿਟਿਸ਼ ਗੌਰਮੈਂਟ ਦੀ ਹੋਈ ਸੀ, ਇਹ ਸਾਰਾ ਉਹਦਾ ਜ਼ਿਕਰ ਹੈ। ਇਹਦੇ ਵਿੱਚ ਇੱਕ ਹੋਰ ਮਹੱਤਵਪੂਰਨ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਇਹ ਜਿਹੜੇ ਹੈਗੇ ਆ ਇਹ ਉਹ 8 ਪੇਜ ਇਹਦੇ ਵਿੱਚ ਲੱਗੇ ਹੋਏ ਇਸ ਫਾਈਲ ਦੇ ਵਿੱਚ ਨੇ। ਜਿਹੜੀ ਓਰੀਜਨਲ ਦੀ ਜੈਰੋਕਸ ਕਾਪੀ ਹੈ, ਜਿਹੜੇ 8 ਪੇਜ ਊਧਮ ਸਿੰਘ ਆਪਣੇ ਹੱਥ ਨਾਲ ਗੁਰਮੁਖੀ, ਉਰਦੂ ਤੇ ਇੰਗਲਿਸ਼ ਦੇ ਵਿੱਚ ਲਿਖ ਕੇ ਲੈ ਕੇ ਗਿਆ ਸੀਗਾ। ਜਦੋਂ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਬ੍ਰਿਟਿਸ਼ ਗੌਰਮੈਂਟ ਨੇ 5 ਜੂਨ ਸਾਲ, ਉਦੋਂ ਉਹਨੂੰ ਕਿਹਾ ਗਿਆ ਸੀ ਵੀ ਤੂੰ ਕੁਝ ਕਹਿਣਾ ਚਾਹੁੰਦਾ, ਤਾਂ ਉਹਨੇ ਕਿਹਾ ਵੀ ਹਾਂ ਮੈਂ ਕਹਿਣਾ ਚਾਹੁੰਦਾ। ਉਦੋਂ ਫਿਰ ਉਹ ਆਪਣੀ ਜੇਬ 'ਚੋਂ ਇਹ 8 ਪੇਜ ਜਿਹੜੇ ਸੀਗੇ ਇਹ 'ਚੋਂ ਕੱਢ ਕੇ ਉਹਨੇ ਪੜ੍ਹਨਾ ਸ਼ੁਰੂ ਕੀਤਾ ਸੀਗਾ। ਇਹ 8 ਪੇਜ ਤੋਂ ਵਿੱਚੋਂ 25 ਮਿੰਟ ਜਦੋਂ ਬੋਲਦਾ ਰਿਹਾ ਤਾਂ ਫਿਰ ਬ੍ਰਿਟਿਸ਼ ਗੌਰਮੈਂਟ ਨੇ ਉਹਨੂੰ ਉੱਥੋਂ ਮਤਲਬ ਕਿ ਉਹਦੇ ਵਿੱਚੋਂ ਹਟਾਤਾ ਸੀਗਾ ਕਟਹਿਰੇ 'ਚੋਂ। ਫਿਰ ਇਹਨੇ ਜੱਜ ਵੱਲ ਮੂੰਹ ਵੱਲ ਥੁੱਕ ਕੇ ਫਿਰ ਉਹਨੇ ਜਿਹੜੇ ਕਾਗਜ਼ ਸੀਗੇ ਤੋੜ ਮਰੋੜ ਕੇ ਜਿਹੜੇ ਸੀਗੇ ਇਹ ਸਿੱਟਦੇ ਸੀ। ਬਾਅਦ 'ਚ ਬ੍ਰਿਟਿਸ਼ ਗੌਰਮੈਂਟ ਨੇ ਇਹਨੂੰ ਉਵੇਂ ਜੋੜ ਕੇ ਜਿਹੜੇ ਹੈਗਾ ਫਾਈਲ ਦੇ ਆਪਣੇ ਰਿਕਾਰਡ ਦੇ ਵਿੱਚ ਲਾ ਲਿਆ ਸੀਗਾ। ਇਹਦੇ ਵਿੱਚ ਬਹੁਤ ਗੱਲ ਸਪਸ਼ਟ ਆ, ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ। ਇਹਦੇ ਵਿੱਚ ਜਿਵੇਂ ਸੇਵਾ ਦੇਸ਼ ਦੀ ਜ਼ਿੰਦਗੀ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸਕੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਤੇ ਉਹਨੇ ਲੱਖ ਵਸੀਲੇ, ਇਹ ਉਹਦਾ ਖੁਦ ਆਪਣੇ ਹੱਥ ਨਾਲ ਲਿਖਿਆ ਹੋਇਆ ਹੈਗਾ। और ये सारिया बहुत कोटेशन है जिहड़ियां शहीदों की चिताओं पर लगे मतलब लगेंगे हर वर्ष वेले मतलब बहुत कुछ चीज़ां हैगियां मतलब ये जिहड़ियां उन्हें अपने हत्थ नाल लिखी। एक उदों इकबाल दा जिहड़ा शेर सी मशहूर सारे जैसे चाहे दोस्ता हमारा हम बुलबुलें इसकी ये गुलस्ता हमारा, ये जिहड़ी मजहब नहीं सिखाता आपस में, ये इकबाल दा जिहड़ा बहुत मशहूर सी उन्हां दिनां दे विच ते ये उहदी अपने हत्थ नाल जिहड़ी हैगी है ये भी लिखी हुई हैगी है मतलब ये वो 8 पेज ने। इसे तरह ये फाइल के होर सारी जी लोकल कोरसपोंडेंस हैगी है ये सारी वो जी जेल की फाइल के उस वेले सी। ये क्लीयर है कि एक खबर लगी हुई है 5 जून 1940 की खबर, ये फोटो है जिस लिखा भी उधम सिंह जो 42 दिन भुख हड़ताल से रहा सीगा। ये बहुत घट लोगों को तत्थ का पता है। ये भगत सिंह उसके साथियों का फिरोजपुर के गुप्त ठिकाना है जिथे ये भगत सिंह के सांडर्स कतलकांड तो बड़ा प्लानिंग करते रहे, इत्थे ये निशानेबाजी करते रहे तो पार्टी ਦੀਆਂ ਲੋੜਾਂ ਮੁਤਾਬਕ ਭਗਤ ਸਿੰਘ ਨੇ ਕੇਸ ਤੇ ਦਾੜੀ ਜਿਹੜੇ ਹੈਗਾ ਇੱਥੇ ਇਮਾਰਤ ਕੱਟੇ ਸੀ। ਸਾਨੂੰ 8 ਸਾਲ ਹੋ ਗਏ ਤੇ ਸੰਘਰਸ਼ ਕਰਦੇ ਨੂੰ। ਸਰਕਾਰ ਨੇ ਮੇਰੀ ਖੋਜ ਆਉਣ ਤੋਂ ਬਾਅਦ ਇਹਨੂੰ ਮਤਲਬ ਕਿ 2015 ਦੇ ਵਿੱਚ ਸੁਰੱਖਿਅਤ ਇਮਾਰਤ ਘੋਸ਼ਿਤ ਕਰਤਾ ਸੀ, ਪਰ ਅਸੀਂ ਲਗਾਤਾਰ ਇਹ 'ਤੇ ਲੱਗੇ ਹੋਏ ਹਾਂ ਕਿ ਸਰਕਾਰ ਇਹਨੂੰ ਜਿਹੜਾ ਹੈਗਾ ਬਿਲਡਿੰਗ ਨੂੰ ਟੇਕ ਓਵਰ ਕਰਕੇ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਵੇ। ਇਹ ਸਾਡਾ ਸੰਘਰਸ਼ ਹਾਲੇ ਵੀ ਲਗਾਤਾਰ ਜਿਹੜਾ ਹੈਗਾ ਉਹ ਚੱਲ ਰਿਹਾ।